ਅੱਜ ਦੀ ਜੇ ਅਗਰ ਆਪਾਂ ਗੱਲ ਕਰੀਏ ਤੇ ਅੱਜ ਸਾਡੇ ਕੋਲ $74 ਪਰ ਬੈਰਲ ਦਾ ਰੇਟ ਇਸ ਟਾਈਮ ਮਾਰਕੀਟ ਚੱਲ ਰਿਹਾ ਹੈਗਾ। ਯਾਨੀ ਕਿ ਜੇ ਅਸੀਂ $74 ਖਰਚ ਕਰੀਏ ਤੇ ਸਾਨੂੰ 159 ਲੀਟਰ ਪੈਟਰੋਲ ਮਿਲਦਾ ਹੈ। ਭਾਰਤ ਸਰਕਾਰ ਇੰਟਰਨੈਸ਼ਨਲ ਮਾਰਕੀਟ 'ਚ ਪੈਟਰੋਲ ਜਾਂ ਡੀਜ਼ਲ ਖਰੀਦਣ ਜਾਂਦੀ ਹੈ ਤਾਂ ₹35 ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਜਾਂ ਪੈਟਰੋਲ ਸਾਨੂੰ ਅਵੇਲੇਬਲ ਹੈ। ਤੇ ਸਾਨੂੰ ₹40 ਦੇ ਆਸ-ਪਾਸ ਇਹ ਪੈਟਰੋਲ ਮਿਲਦਾ ਜਿਹੜਾ ਕਿ ਰਿਫਾਈਨਰੀ ਤੋਂ ਬਾਹਰ ਗੇਟ ਦੇ ਉੱਤੇ ਅਵੇਲੇਬਲ ਹੈ। ਸੈਂਟਰਲ ਗਵਰਨਮੈਂਟ ਤੋਂ ਬੇਸਿਕ ਰੈਵਨਿਊ ਜਿਹੜਾ ਆਉਂਦਾ ਜੀਐਸਟੀ ਤੋਂ ਆਉਂਦਾ ਜਾਂ ਐਕਸਾਈਜ਼ ਡਿਊਟੀ ਤੋਂ ਆਉਂਦਾ ਹੈ। ਜੀਐਸਟੀ ਦੀ ਕਲੈਕਸ਼ਨ ਨਹੀਂ ਹੋ ਪਾ ਰਹੀ ਤੇ ਗਵਰਨਮੈਂਟ ਨੇ ਸੋਚਿਆ ਕਿ ਜੇ ਜੀਐਸਟੀ ਦੀ ਕਲੈਕਸ਼ਨ ਨਹੀਂ ਹੋ ਰਹੀ ਤੇ ਡੀਜ਼ਲ ਪੈਟਰੋਲ ਦੇ ਉੱਤੇ ਪ੍ਰਾਈਸਿਸ ਨੂੰ ਐਕਸਾਈਜ਼ ਡਿਊਟੀ ਵਧਾ ਕੇ ਜਾਂ ਵੈਟ ਵਧਾ ਕੇ ਅਸੀਂ ਉਹਨਾਂ ਰਿਕਵਰ ਕਰ ਲੈਂਦੇ ਆ। ਯੂਕੇ ਔਰ ਆਸਟ੍ਰੇਲੀਆ ਵਰਗੀਆਂ ਕੰਟਰੀਜ਼ ਵੀ ਜਿਹੜੀਆਂ ਇੰਡੀਆ ਦੇ ਤੋਂ ਘੱਟੋ ਘੱਟ ਅੱਧਾ ਟੈਕਸ ਵਸੂਲ ਕਰ ਰਹੀਆਂ ਕਿ ਇੰਡੀਆ ਦੇ ਅੰਦਰ ਜਿੰਨਾ ਟੈਕਸ ਵਸੂਲ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਪਮਿਲ ਭਾਟੀਆ। ਪੈਟਰੋਲ ਡੀਜ਼ਲ ਦੇ ਸਰੋਤ ਦੁਨੀਆ ਦੇ ਹਰ ਮੁਲਕ ਦੇ ਵਿੱਚ ਮੌਜੂਦ ਨਹੀਂ। ਵਿਸ਼ਵ ਦੇ ਕੁਝ ਹੀ ਮੁਲਕ ਨੇ, ਓਪੈਕ ਦੇਸ਼ ਉਹਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਕਿਹਾ ਜਾਂਦਾ ਹੈ। ਇਹ 12 ਦੇਸ਼ਾਂ ਦਾ ਸਮੂਹ ਹੈ ਜਿਹੜੇ ਵਿਸ਼ਵ ਭਰ ਦੇ ਵਿੱਚ ਕੱਚਾ ਤੇਲ ਸਪਲਾਈ ਕਰਦੇ ਆ, ਜਿਸ ਨੂੰ ਰਿਫਾਈਨ ਕਰਕੇ ਬਾਅਦ ਵਿੱਚ ਪੈਟਰੋਲ ਡੀਜ਼ਲ ਬਣਾ ਕੇ ਆਮ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ। ਕੌਮਾਂਤਰੀ ਬਾਜ਼ਾਰ ਦੇ ਵਿੱਚ ਤੇਲ ਦੀਆਂ ਕੀਮਤਾਂ ਚਾਹੇ ਘਟਣ ਚਾਹੇ ਵਧਣ, ਪਰ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਕੌਮਾਂਤਰੀ ਬਾਜ਼ਾਰ ਦੇ ਵਿੱਚ ਪਿਛਲੇ ਸਾਲ ਕਰੋਨਾ ਦੇ ਦੌਰਾਨ ਤੇਲ ਦੀਆਂ ਕੀਮਤਾਂ, ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ਤੇ ਪਹੁੰਚੀਆਂ, ਪਰ ਉਦੋਂ ਵੀ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਗਈਆਂ। ਭਾਰਤ ਦੇ ਕਰੀਬਨ 15 ਸੂਬੇ ਅਜਿਹੇ ਨੇ ਜਿੱਥੇ ਪੈਟਰੋਲ ਦੀਆਂ ਕੀਮਤਾਂ 100 ਤੋਂ ਪਾਰ ਜਾ ਚੁੱਕੀਆਂ ਤੇ ਡੀਜ਼ਲ ਦੀਆਂ ਕੀਮਤਾਂ ਲਗਭਗ 100 ਦੇ ਕਰੀਬ ਨੇ, ₹100 ਪ੍ਰਤੀ ਲੀਟਰ ਦੇ ਕਰੀਬ ਨੇ। ਜੂਨ ਮਹੀਨੇ ਦੇ ਵਿੱਚ, ਕੱਲੇ ਜੂਨ ਮਹੀਨੇ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 16 ਵਾਰ ਇਜ਼ਾਫਾ ਕੀਤਾ ਜਾ ਚੁੱਕਿਆ ਹੈ। ਅੱਜ ਵੀ ਪੰਜਾਬ ਦੇ ਵਿੱਚ ਪੈਟਰੋਲ ਲਗਭਗ ₹100 ਕੁਝ ਕੀ ਪੈਸੇ ਘੱਟ 99 ਕੁਝ ਪੈਸੇ ਕਰੀਬਨ ₹100 ਪ੍ਰਤੀ ਲੀਟਰ ਮਿਲ ਰਿਹਾ ਹੈ ਤੇ ਡੀਜ਼ਲ ₹92 ਪ੍ਰਤੀ ਲੀਟਰ ਮਿਲ ਰਿਹਾ ਹੈ। ਆਖਿਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੈਅ ਕਿਸ ਤਰ੍ਹਾਂ ਦੇ ਨਾਲ ਹੁੰਦੀਆਂ ਨੇ? ਜਦੋਂ ਕੱਚਾ ਤੇਲ ਕੌਮਾਂਤਰੀ ਬਾਜ਼ਾਰ ਤੋਂ ਲਿਆ ਕੇ ਭਾਰਤ ਲਿਆਂਦਾ ਜਾਂਦਾ ਹੈ, ਉਸ ਤੋਂ ਬਾਅਦ ਕੇਂਦਰ ਸਰਕਾਰ ਉਸ ਤੇ ਕਿਸ ਤਰ੍ਹਾਂ ਟੈਕਸ ਲਾਉਂਦੀ ਹੈ, ਸਟੇਟ ਗਵਰਨਮੈਂਟ ਕਿਸ ਤਰ੍ਹਾਂ ਟੈਕਸ ਲਾਉਂਦੀ ਹੈ, ਡੀਲਰ ਕਿਸ ਤਰ੍ਹਾਂ ਟੈਕਸ ਲਾਉਂਦੇ ਨੇ ਤੇ ਆਮ ਗ੍ਰਾਹਕ ਦੀ ਜੇਬ ਤੇ ਕਿੰਨਾ ਭਾਰ ਪੈਂਦਾ ਹੈ, ਆਮ ਗ੍ਰਾਹਕ ਕੋਲ ਪੈਟਰੋਲ ਡੀਜ਼ਲ ਪਹੁੰਚਦਿਆਂ ਇੰਨਾ ਮਹਿੰਗਾ ਕਿਉਂ ਹੋ ਜਾਂਦਾ ਹੈ? ਇਸ ਸਾਰੀ ਸਿਆਸਤ ਨੂੰ ਸਮਝਣ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ। ਕਾਸਟ ਐਂਡ ਮੈਨੇਜਮੈਂਟ ਅਕਾਊਂਟੈਂਟ, ਆਰਥਿਕ ਮਾਮਲਿਆਂ ਦੇ ਮਾਹਿਰ ਨੇ ਸੀਐਮਏ ਅਨਿਲ ਸ਼ਰਮਾ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਫਾਰਮਿੰਗ ਜੀ। ਸ਼ਰਮਾ ਜੀ, ਸਭ ਤੋਂ ਪਹਿਲਾਂ ਮਤਲਬ ਅਸੀਂ ਮੁੱਢਲੇ ਸਵਾਲ ਤੋਂ ਸ਼ੁਰੂਆਤ ਕਰ ਲੈਂਦੇ ਹਾਂ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਕਿਉਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, 100 ਤੋਂ ਪਾਰ ਹੋ ਚੁੱਕੀਆਂ ਨੇ, ਜਦਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਜਦੋਂ ਸਾਰੇ ਮੁਲਕ ਤੇਲ ਖਰੀਦਦੇ ਨੇ ਤੇ ਉੱਥੇ ਕੀਮਤਾਂ ਭਾਰਤ ਦੇ ਮੁਕਾਬਲੇ ਘੱਟ ਹੈਗੀਆਂ। ਪਾਮਿਲ ਜੀ, ਤੁਹਾਡਾ ਕੁਐਸਚਨ ਬਹੁਤ ਵਧੀਆ ਕੁਐਸਚਨ ਹੈ ਔਰ ਆਪਾਂ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਇਸ ਟਾਈਮ ਤੇ ਕਿ ਲਗਾਤਾਰ ਪੈਟਰੋਲ ਦੀ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਭਾਰਤ ਦੇ ਵਿੱਚ ਤੇ ਪੰਜਾਬ ਵਿੱਚ ਕਿਉਂ ਵਧਦੀਆਂ ਜਾ ਰਹੀਆਂ। ਇਸ ਚੀਜ਼ ਨੂੰ ਸਮਝੋ ਕਿ ਪੈਟਰੋਲ ਤੇ ਡੀਜ਼ਲ ਜਿਹੜਾ ਹੈ ਉਹ ਅਸੀਂ ਇੰਟਰਨੈਸ਼ਨਲ ਮਾਰਕੀਟ 'ਚ ਪ੍ਰੋਕਿਓਰ ਕਰਦੇ ਹਾਂ, ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਪਰਚੇਸ ਕਰਦੇ ਹਾਂ ਤੇ ਇੰਟਰਨੈਸ਼ਨਲ ਮਾਰਕੀਟ ਦੇ ਅੰਦਰ ਜਿਹੜਾ ਡੀਜ਼ਲ ਪੈਟਰੋਲ ਆ ਉਹਦਾ ਜਿਹੜਾ ਕੀਮਤ ਹੈ ਉਹਦੀ ਕੀਮਤ ਡਾਲਰ ਦੇ ਅੰਦਰ ਤੈਅ ਹੁੰਦੀ ਹੈ। ਤੇ ਅਗਰ ਅਸੀਂ ਜਦੋਂ ਆਪਾਂ ਡਾਲਰ ਦੇ ਵਿੱਚ ਮਾਲ ਲੈਣ ਜਾਂਦੇ ਹਾਂ ਤੇ ਸਪੋਜ਼ ਅੱਜ ਦੀ ਜੇ ਅਗਰ ਆਪਾਂ ਗੱਲ ਕਰੀਏ ਤੇ ਅੱਜ ਸਾਡੇ ਕੋਲ $74 ਪਰ ਬੈਰਲ ਦਾ ਰੇਟ ਇਸ ਟਾਈਮ ਮਾਰਕੀਟ ਚੱਲ ਰਿਹਾ ਹੈਗਾ। $74 ਪਰ ਬੈਰਲ ਦਾ ਮਤਲਬ ਕੀ? ਯਾਨੀ ਕਿ ਜੇ ਅਸੀਂ $74 ਖਰਚ ਕਰੀਏ ਤੇ ਸਾਨੂੰ 159 ਲੀਟਰ ਪੈਟਰੋਲ ਮਿਲਦਾ ਹੈ। $74 ਪੇ ਕਰਕੇ 159 ਲੀਟਰ ਪੈਟਰੋਲ ਜਾਂ 159 ਲੀਟਰ ਡੀਜ਼ਲ ਸਾਨੂੰ ਮਿਲਦਾ ਹੈ ਤੇ $74 ਜਿਹੜੇ ਅਸੀਂ ਦਿੱਤੇ ਉਹਦੇ ਵਾਸਤੇ ਰੁਪਏ ਕਿੰਨੇ ਆਪਾਂ ਖਰਚ ਕੀਤੇ ਉਹ ਵੀ ਸਾਨੂੰ ਦੇਖਣਾ ਪਏਗਾ। ਤੇ ਅਗਰ ਅੱਜ ਦੀ ਡੇਟ 'ਚ ਆਪਾਂ ਗੱਲ ਕਰੀਏ ਤੇ ਇਸ ਟਾਈਮ $74 ਦੇ ਆਸ-ਪਾਸ ਹੀ ਲਗਭਗ ਰੁਪਏ ਦਾ ਡਾਲਰ ਦੇ ਨਾਲ ਰੇਟ ਹੈਗਾ ਤੇ $74 ਦੇਣ ਵਾਸਤੇ ਸਾਨੂੰ 74 × 74 ਯਾਨੀ ਕਿ ਕੋਈ ₹5500 ਐਸਾ ਹੈ ਕਿ ₹5500 ਆਪਾਂ ਦੇਵਾਂਗੇ ਤਾਂ ਸਾਨੂੰ 159 ਲੀਟਰ ਡੀਜ਼ਲ ਮਿਲੂਗਾ ਜਾਂ 159 ਲੀਟਰ ਪੈਟਰੋਲ ਮਿਲੇਗਾ ਇੰਟਰਨੈਸ਼ਨਲ ਮਾਰਕੀਟ ਦੇ ਮੁਤਾਬਕ। ਕਿਉਂਕਿ $74 ਦੇਣ ਵਾਸਤੇ ਮੈਨੂੰ ₹74 ਪਰ ਡਾਲਰ ਦੇ ਹਿਸਾਬ ਨਾਲ ਪੇਮੈਂਟ ਕਰਨੀ ਪਏਗੀ ਜਿਹੜੀ ਕਿ ₹5500 ਦੇ ਆਸ-ਪਾਸ ਆਉਂਦੀ ਹੈ ਤੇ ₹5500 ਖਰਚ ਕਰਕੇ ਮੈਨੂੰ 159 ਲੀਟਰ ਪੈਟਰੋਲ ਜਦੋਂ ਮਿਲੇਗਾ ਤੇ ਪਰ ਲੀਟਰ ਜਿਹੜਾ ₹34-35 ਦੇ ਆਸ-ਪਾਸ ਆਉਂਦਾ ਹੈ। ਤੇ ਯਾਨੀ ਕਿ ਜਦ ਭਾਰਤ ਸਰਕਾਰ ਇੰਟਰਨੈਸ਼ਨਲ ਮਾਰਕੀਟ 'ਚ ਪੈਟਰੋਲ ਜਾਂ ਡੀਜ਼ਲ ਖਰੀਦਣ ਜਾਂਦੀ ਹੈ ਤਾਂ ₹35 ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਜਾਂ ਪੈਟਰੋਲ ਸਾਨੂੰ ਅਵੇਲੇਬਲ ਹੈ। ਫਿਰ ਉਸ ਨੂੰ ਅਸੀਂ ਲੈ ਕੇ ਜਦੋਂ ਇੰਡੀਆ ਦੇ ਅੰਦਰ ਪਹੁੰਚਦੇ ਹਾਂ ਤੇ ਉਹ ਸਿੱਧਾ ਰਿਫਾਈਨਰੀ ਦੇ ਅੰਦਰ ਜਾਂਦਾ, ਜਿੱਥੇ ਕੋਈ ਸਾਡੇ ਕੋਲ ਕੱਚਾ ਤੇਲ ਹੁੰਦਾ। ਇਹ ਕੱਚੇ ਤੇਲ ਨੂੰ ਰਿਫਾਈਨਰੀ ਦੇ ਅੰਦਰ ਜਾ ਕੇ ਅਸੀਂ ਪ੍ਰੋਸੈਸ ਕਰਦੇ ਹਾਂ, ਜਿੱਥੇ ਸਾਡੀ
ਲਗਭਗ ਜਿਹੜੀ ਕਾਸਟ ਹੈ ਉਹ 4 ਰੁਪਏ ਦੇ ਆਸ-ਪਾਸ, 4 ਰੁਪਏ ਪਰ ਲੀਟਰ ਦੇ ਆਸ-ਪਾਸ, ਯਾਨੀ 3 ਰੁਪਏ 50 ਪੈਸੇ, 3 ਰੁਪਏ 60 ਪੈਸੇ ਤੋਂ ਲੈ ਕੇ 4 ਰੁਪਏ ਦੇ ਵਿੱਚ ਉਹ ਕਾਸਟ ਸਾਡੀ ਰਹਿੰਦੀ ਹੈ ਪਰ ਲੀਟਰ ਦੀ ਪੈਟਰੋਲ ਵਾਸਤੇ, ਔਰ 5 ਔਰ 6 ਰੁਪਏ ਦੇ ਆਸ-ਪਾਸ ਰਹਿੰਦੀ ਹੈ ਡੀਜ਼ਲ ਦੀ। ਯਾਨੀ 35 ਰੁਪਏ ਵਾਲਾ ਪੈਟਰੋਲ ਹੈ ਜਿਹੜਾ ਰਿਫਾਈਨਰੀ 'ਚ ਪਹੁੰਚ ਕੇ ਕਰੀਬਨ 39-40 ਰੁਪਏ ਹੋ ਜਾਂਦਾ। ਤੁਹਾਡੀ ਬਾਤ ਬਿਲਕੁਲ ਠੀਕ ਹੈ। ਜੇ ਸਾਨੂੰ 40 ਰੁਪਏ ਦੇ ਆਸ-ਪਾਸ ਇਹ ਪੈਟਰੋਲ ਮਿਲਦਾ ਜਿਹੜਾ ਕਿ ਰਿਫਾਈਨਰੀ ਤੋਂ ਬਾਅਦ ਗੇਟ ਦੇ ਉੱਤੇ ਅਵੇਲੇਬਲ ਹੈ। ਹੁਣ ਕਿਉਂਕਿ ਇਹਦੀ ਟਰਾਂਸਪੋਰਟੇਸ਼ਨ ਵੀ ਹੋਣੀ ਹੈ ਔਰ ਡੀਲਰ ਕੋਲ ਵੀ ਜਾਣਾ ਹੈਗਾ, ਤੇ ਡੀਲਰ ਜਿਹੜੇ ਪੈਟਰੋਲ ਪੰਪ ਡੀਲਰ ਲੋਕੀ ਵੇਚਦੇ ਆ ਜਾਂ ਡੀਲਰ ਵੇਚਦੇ ਆ ਉਹਨਾਂ ਦੀ ਆਪਣੀ ਕਮਿਸ਼ਨ ਵੀ ਵਿੱਚ ਹੁੰਦੀ ਹੈ, ਤੇ ਲਗਭਗ ਉਹੀ 3 ਰੁਪਏ 4 ਰੁਪਏ ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਦੀ ਤੇ ਦੀ ਪੈਟਰੋਲ ਦੀ, ਤੇ 3 ਔਰ 4 ਰੁਪਏ ਦੇ ਆਸ-ਪਾਸ ਹੀ ਡੀਜ਼ਲ ਦੀ ਡੀਲਰਸ਼ਿਪ ਕਮਿਸ਼ਨ ਜਿਹੜੀ ਹੈ ਵਿੱਚ ਤੈਅ ਹੁੰਦੀ ਹੈ। ਤੇ ਯਾਨੀ ਕਿ ਜਿਹੜਾ 40 ਰੁਪਏ ਦਾ ਪੈਟਰੋਲ ਸੀ ਜਾਂ ਡੀਜ਼ਲ ਸੀ ਸਾਨੂੰ ਉਹ ਲਗਭਗ 44-45 ਰੁਪਏ ਦੇ ਆਸ-ਪਾਸ ਪੈ ਗਿਆ ਜੀ। ਹੁਣ ਤੁਸੀਂ ਦੇਖੋ ਕਿ 44-45 ਰੁਪਏ ਦਾ ਤਿਆਰ ਡੀਜ਼ਲ ਜਿਹੜਾ ਕਿ ਕਿਸੇ ਵੀ ਗੱਡੀ 'ਚ ਪੈਣ ਵਾਸਤੇ ਤਿਆਰ ਹੈ, ਉਹ ਕੰਜ਼ਿਊਮਰ ਨੂੰ 100 ਰੁਪਏ ਜਾਂ 100 ਰੁਪਏ ਪਲੱਸ ਦੇ ਹਿਸਾਬ ਨਾਲ ਅੱਜ ਮਿਲ ਰਿਹਾ ਹੈ। ਇਹਦਾ ਮਤਲਬ ਹੈ ਕਿ 44-45 ਰੁਪਏ ਤੋਂ ਲੈ ਕੇ 100 ਰੁਪਏ ਦੇ ਵਿੱਚ ਦਾ ਜਿਹੜਾ ਗੈਪ ਹੈ ਉਹ ਸਾਰਾ ਦਾ ਸਾਰਾ ਗੈਪ ਗਵਰਨਮੈਂਟ ਦਾ ਟੈਕਸ ਹੈ। ਜਦੋਂ ਰਿਫਾਈਨਰੀ 'ਚ ਬਣਦਾ, ਰਿਫਾਈਨਰੀ ਤੋਂ ਬਾਹਰ ਆਉਂਦਾ ਤਾਂ ਉੱਤੇ ਇਮੀਡੀਏਟਲੀ ਸੈਂਟਰਲ ਗਵਰਨਮੈਂਟ ਦੀ ਸੈਂਟਰਲ ਐਕਸਾਈਜ਼ ਡਿਊਟੀ ਲੱਗ ਜਾਂਦੀ ਹੈ, ਜਿਹੜੀ ਅੱਜ ਦੀ ਡੇਟ 'ਚ 32 ਰੁਪਏ 90 ਪੈਸੇ ਪਰ ਲੀਟਰ ਦੇ ਹਿਸਾਬ ਨਾਲ ਲੱਗਦੀ ਹੈ, ਪਰਸੈਂਟੇਜ ਨਹੀਂ ਹੈ ਉਹ। ਤੇ ਇਹਦਾ ਮਤਲਬ ਹੈ ਕਿ ਜਿਹੜਾ 40 ਰੁਪਏ ਦਾ ਪੈਟਰੋਲ ਸੀ ਉਹਦੇ ਤੇ ਸੈਂਟਰਲ ਐਕਸਾਈਜ਼ 32 ਰੁਪਏ 90 ਪੈਸੇ ਲੱਗ ਗਈ, ਤੇ ਯਾਨੀ ਕਿ ਉਹ 72 ਰੁਪਏ 90 ਪੈਸੇ ਦਾ ਪੈਟਰੋਲ ਹੋ ਗਿਆ ਜਦੋਂ ਫੈਕਟਰੀ ਤੋਂ ਚੱਲਿਆ, ਯਾਨੀ ਰਿਫਾਈਨਰੀ ਤੋਂ ਚੱਲਿਆ। ਜਦੋਂ ਆ ਕੇ ਸਟੇਟਾਂ ਵਿੱਚ ਵਿਕਦਾ ਹੈ ਤੇ ਸਟੇਟਾਂ ਵਿੱਚ ਆ ਕੇ ਹਰ ਸਟੇਟ ਦਾ ਆਪਣਾ ਆਪਣਾ ਟੈਕਸ ਉਹਦੇ ਤੇ ਲੱਗ ਜਾਂਦਾ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਡੀਜ਼ਲ ਪੈਟਰੋਲ ਦੇ ਉੱਤੇ, ਡੀਜ਼ਲ ਦੇ ਉੱਤੇ ਅੱਜ ਦੀ ਡੇਟ 'ਚ ਕੋਈ ਰਫਲੀ 25 ਰੁਪਏ ਦੇ ਆਸ-ਪਾਸ ਦਾ ਖਰਚਾ ਹੈਗਾ, ਵੈਟ ਜਿਹਨੂੰ ਆਪਾਂ ਵੈਟ ਕਹਿ ਸਕਦੇ ਹਾਂ, ਸਟੇਟ ਗਵਰਨਮੈਂਟ ਦਾ ਯਾਨੀ ਕਿ ਪੰਜਾਬ ਦਾ। ਔਰ ਡੀਜ਼ਲ ਦੇ ਉੱਤੇ ਕੋਈ 16-17 ਰੁਪਏ ਦਾ ਖਰਚਾ ਹੈਗਾ ਵੈਟ ਦਾ, ਜਿਹੜਾ ਕਿ ਇਸ ਦੇ ਉੱਤੇ ਪੈਂਦਾ ਹੈ। ਡੀਜ਼ਲ ਤੇ ਕਿੰਨਾ ਪੈਂਦਾ ਔਰ ਸਟੇਟ ਦਾ ਵੈਟ ਡੀਜ਼ਲ ਤੇ ਇਸ ਸਮੇਂ ਕਿੰਨਾ ਪੈ ਰਿਹਾ ਔਰ ਪੈਟਰੋਲ ਤੇ ਕਿੰਨਾ ਪੈ ਰਿਹਾ, ਇਹ ਥੋੜਾ ਕਲੀਅਰ ਕਰ ਦਿਓ। ਜਿਹੜਾ ਸੈਂਟਰਲ ਗਵਰਨਮੈਂਟ ਦਾ ਟੈਕਸ ਹੈਗਾ ਉਹ ਇਸ ਟਾਈਮ 32 ਰੁਪਏ 90 ਪੈਸੇ ਪੈ ਰਿਹਾ ਸਟੇਟ ਦੇ ਪੈਟਰੋਲ ਦੇ ਉੱਤੇ। ਤੇ ਜਿਹੜਾ ਡੀਜ਼ਲ ਦੇ ਉਹਦਾ ਰੇਟ ਜਿਹੜਾ 19 ਰੁਪਏ 75 ਪੈਸੇ ਦੇ ਆਸ 19 ਰੁਪਏ 19.75% ਹੈ, ਯਾਨੀ ਕਿ ਕੋਈ 16-17 ਰੁਪਏ ਦੇ ਆਸ-ਪਾਸ ਪੈ ਰਿਹਾ ਹੈ। ਤੇ ਇਸ ਤਰ੍ਹਾਂ ਕੈਲਕੂਲੇਸ਼ਨ ਤੁਸੀਂ ਕਰਦੇ ਤਾਂ ਤੁਸੀਂ 100 ਰੁਪਏ ਦੇ ਆਸ-ਪਾਸ ਪਹੁੰਚ ਜਾਂਦੇ ਹੋ ਜੀ। ਤੇ ਇਸ ਚੱਕਰ ਤੁਸੀਂ ਇੱਕ ਚੀਜ਼ ਸਮਝੋ ਕਿ ਸੈਂਟਰਲ ਗਵਰਨਮੈਂਟ ਦਾ ਟੈਕਸ ਜ਼ਿਆਦਾ ਹੈ ਔਰ ਸਟੇਟ ਗਵਰਨਮੈਂਟ ਕੋਲ ਟੈਕਸ ਘੱਟ ਆ ਰਿਹਾ ਹੈ। ਹਾਂ, ਇਹ ਗੱਲ ਠੀਕ ਹੈ ਕਿ ਪੰਜਾਬ ਦੇ ਵਿੱਚ ਅਗਰ ਅਸੀਂ ਕੰਪੇਅਰ ਕਰੀਏ ਪੰਜਾਬ ਨੂੰ ਹਿਮਾਚਲ ਦੇ ਨਾਲ, ਚੰਡੀਗੜ੍ਹ ਦੇ ਨਾਲ ਜਾਂ ਇੱਧਰ ਆਪਣਾ JNK ਦੇ ਨਾਲ, ਤਾਂ ਪੰਜਾਬ 'ਚ ਟੈਕਸ ਸਭ ਨਾਲੋਂ ਜ਼ਿਆਦਾ ਇਸ ਟਾਈਮ ਹੈਗਾ ਵੈਟ ਦਾ, ਜਿਹੜਾ ਕਿ ਅਸੀਂ 25 ਰੁਪਏ ਦੇ ਆਸ-ਪਾਸ ਪੇ ਕਰ ਰਹੇ ਹਾਂ ਪਰ ਲੀਟਰ। ਉੱਤਰੀ ਭਾਰਤ ਇਹ ਕਹਿ ਸਕਦੇ ਸੀ ਕਿ ਉੱਤਰੀ ਭਾਰਤ ਸੂਬਿਆਂ ਦੇ ਵਿੱਚ ਪੰਜਾਬ ਸਟੇਟ ਸਭ ਤੋਂ ਵੱਧ ਟੈਕਸ ਲੈ ਰਿਹਾ, ਸਭ ਨਾਲੋਂ ਵੱਧ ਟੈਕਸ ਲੈ ਰਿਹਾ ਇਸ ਟਾਈਮ। ਤੇ ਇਸ ਤਰੀਕੇ ਨਾਲ ਜਿਹੜਾ ਕਿ ਪੈਟਰੋਲ ਡੀਜ਼ਲ ਦਾ ਹੈ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ, ਕਿਉਂਕਿ ਡੇਲੀ ਬੇਸਿਸ ਤੇ ਡਾਲਰ ਦਾ ਰੇਟ ਚੇਂਜ ਹੋ ਜਾਂਦਾ ਤੇ ਡੇਲੀ ਬੇਸਿਸ ਤੇ ਡਾਲਰ ਦਾ ਬੈਰਲ ਦੇ ਨਾਲ ਰੇਟ ਚੇਂਜ ਹੋ ਜਾਂਦਾ ਹੈ। ਇਹਦੀ ਵਜ੍ਹਾ ਨਾਲ ਹਰ ਰੋਜ਼ ਤੁਸੀਂ ਦੇਖਦੇ ਹੋ ਕਿਤੇ 50 ਪੈਸੇ, ਕਦੀ 25 ਪੈਸੇ, ਕਦੀ 30 ਪੈਸੇ ਦਾ ਪੈਟਰੋਲ ਦੇ ਉੱਤੇ ਪ੍ਰਾਈਸਿਸ ਜਾਂ ਡੀਜ਼ਲ ਦੇ ਉੱਤੇ ਪ੍ਰਾਈਸਿਸ ਦੀ ਇਨਕਰੀਜ਼ ਹੁੰਦੀ ਜਾ ਰਹੀ ਹੈ ਔਰ ਡੇਲੀ ਬੇਸਿਸ ਤੇ ਪੈਟਰੋਲ ਪ੍ਰਾਈਸ ਵੱਧਦਾ ਜਾ ਰਿਹਾ ਹੈ। ਮਤਲਬ ਇਸ ਤੋਂ ਇਹ ਗੱਲ ਕਲੀਅਰ ਹੈਗੀ ਹੈ ਕਿ ਜੇ ਸਟੇਟ ਨੇ ਔਰ ਸੈਂਟਰ ਨੇ ਆਪਣਾ ਖਜ਼ਾਨਾ ਭਰਨ ਦੀ ਜ਼ਿੰਮੇਵਾਰੀ ਪੈਟਰੋਲ ਡੀਜ਼ਲ ਦੇ ਉੱਤੇ ਪਾ ਦਿੱਤੀ ਹੈ ਤੇ ਉਸ ਦੀ ਮਾਰ ਸਿੱਧੇ ਤੌਰ ਤੇ ਆਮ ਲੋਕਾਂ ਨੂੰ ਪੈ ਰਹੀ ਹੈ। ਜੇ ਪੈਟਰੋਲ ਡੀਜ਼ਲ ਹੁਣ ਹਰ ਵਿਅਕਤੀ ਦਾ ਰੋਣਾ ਕਢਾ ਰਿਹਾ, ਉਹਦੀ ਪਹੁੰਚ ਤੋਂ ਬਾਹਰ ਜਾ ਰਿਹਾ, ਤੇ ਇਹਦੇ ਲਈ ਸਿੱਧੇ ਤੌਰ ਤੇ ਸੈਂਟਰ ਔਰ ਸਟੇਟ ਇਕੁਅਲੀ ਬਰਾਬਰ ਦੀਆਂ ਜ਼ਿੰਮੇਵਾਰ ਹੈਗੀਆਂ ਨੇ। ਜੇ ਦੋਨੋਂ ਆਪੋ ਆਪਣੇ ਟੈਕਸ ਘੱਟ ਕਰਨ, ਵੈਟ ਘੱਟ ਕਰੇ ਜਾਂ ਸੈਂਟਰਲ ਐਕਸਾਈਜ਼ ਡਿਊਟੀ ਘੱਟ ਕਰੇ, ਤਾਂ ਤੇਲ ਦੀਆਂ ਕੀਮਤਾਂ ਆਮ ਲੋਕਾਂ ਦੀ ਸਮਰੱਥਾ ਦੇ ਮੁਤਾਬਕ ਆ ਸਕਦੀਆਂ ਨੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਹਦੇ ਵਿੱਚ ਮੈਂ ਤੁਹਾਨੂੰ ਥੋੜਾ ਹੋਰ ਐਡ ਕਰਨਾ ਚਾਹਾਂਗਾ ਕਿ ਪਿਛਲੇ ਸਾਲ 1-1.5 ਸਾਲ ਤੋਂ ਕਰੋਨਾ ਦੀ ਵਜ੍ਹਾ ਦੇ ਨਾਲ ਬਾਕੀ ਇਕਨੋਮਿਕ ਐਕਟੀਵਿਟੀਜ਼ ਕਾਫੀ ਖਤਮ ਹੋ ਚੁੱਕੀਆਂ, ਇੱਕ ਤਰ੍ਹਾਂ ਦੀਆਂ ਬਹੁਤ ਇੱਕ ਲੋਐਸਟ ਲੈਵਲ ਤੇ ਚੱਲ ਰਹੀਆਂ, ਜਿਹਦੀ ਵਜ੍ਹਾ ਨਾਲ ਗਵਰਨਮੈਂਟ ਨੂੰ ਕਲੈਕਸ਼ਨ ਜਾਂ ਗਵਰਨਮੈਂਟ ਨੂੰ ਰੈਵਨਿਊ ਜਨਰੇਟ ਨਹੀਂ ਹੋ ਰਿਹਾ। ਸੈਂਟਰਲ ਗਵਰਨਮੈਂਟ ਨੂੰ GST ਨਹੀਂ ਮਿਲ ਰਿਹਾ ਤੇ ਸਟੇਟਾਂ ਨੂੰ ਵੀ GST ਦਾ ਰੈਵਨਿਊ ਨਹੀਂ ਮਿਲ ਰਿਹਾ, ਕਿਉਂਕਿ ਆਮ ਆਦਮੀ ਦੀ ਜਿਹੜੀ ਪਹੁੰਚ ਹੈ ਜਾਂ ਆਮ ਆਦਮੀ ਦੀ ਜਿਹੜੀ ਇਨਕਮ ਆ ਬਹੁਤ ਨੀਚੇ ਲੈਵਲ ਤੇ ਗਿਰ ਗਈ ਤੇ ਕੰਜ਼ੰਪਸ਼ਨ ਬਹੁਤ ਘਟ ਗਈ ਹੈ। ਇਹਦੀ ਵਜ੍ਹਾ ਨਾਲ ਕਿਉਂਕਿ GST 'ਚ ਕਲੈਕਸ਼ਨ ਨਹੀਂ ਹੋ ਪਾ ਰਹੀ ਤੇ ਗਵਰਨਮੈਂਟ ਨੇ ਸੋਚਿਆ ਕਿ ਜੇ GST 'ਚ ਕਲੈਕਸ਼ਨ ਨਹੀਂ ਹੋ ਰਹੀ ਤੇ ਡੀਜ਼ਲ ਪੈਟਰੋਲ ਦੇ ਉੱਤੇ ਪ੍ਰਾਈਸਿਸ ਨੂੰ ਐਕਸਾਈਜ਼ ਡਿਊਟੀ ਵਧਾ ਕੇ ਜਾਂ ਵੈਟ ਵਧਾ ਕੇ ਅਸੀਂ ਉਹਨਾਂ ਰਿਕਵਰ ਕਰ ਲੈਂਦੇ ਹਾਂ। ਮੈਂ ਜਦੋਂ 2020 ਤੇ 2021 ਦਾ ਟੋਟਲ ਡਾਟਾ ਅੰਕਲਨ ਕਰ ਰਿਹਾ ਸੀਗਾ ਤੇ 19-20 ਦਾ ਡਾਟਾ ਮੈਂ ਦੇਖ ਰਿਹਾ ਸੀ ਤੇ ਐਟ ਦਾ ਐਂਡ ਆਫ ਦਾ ਡੇ ਇਹ ਰਿਜ਼ਲਟ ਆ ਰਿਹਾ ਹੈ ਕਿ ਸਰਕਾਰ ਨੂੰ ਕੁੱਲ ਮਿਲਾ ਕੇ ਚਾਹੇ GST ਨੂੰ ਲੈ ਕੇ ਤੇ ਚਾਹੇ ਐਕਸਾਈਜ਼ ਡਿਊਟੀ ਨੂੰ ਲੈ ਕੇ ਜਾਂ ਵੈਟ ਨੂੰ ਲੈ ਕੇ ਸੈਂਟਰ ਗਵਰਨਮੈਂਟ ਐਟਲੀਸਟ ਆਪਾਂ ਗੱਲ ਕਰ ਲਈਏ ਤਾਂ ਸੈਂਟਰ ਗਵਰਨਮੈਂਟ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਜੇ ਇਕਨੋਮਿਕ
ਇਕਨੋਮਿਕ ਐਕਟੀਵਿਟੀ ਦੇਸ਼ ਦੇ ਅੰਦਰ ਘਟ ਗਈਆਂ ਸੀਗੀਆਂ, ਪ੍ਰੋਡਕਸ਼ਨ ਘਟ ਗਈ ਸੀ ਜਾਂ ਕੰਜ਼ੰਪਸ਼ਨ ਘਟ ਗਈ ਸੀ, ਲੇਕਿਨ ਜੇ ਗਵਰਨਮੈਂਟ ਦਾ ਤੁਸੀਂ ਟੋਟਲ ਰੈਵਨਿਊ ਦੇਖੋ ਰੁਪਇਆ ਪਲੱਸ ਗਵਰਨਮੈਂਟ ਕੋਲ ਆ ਚੁੱਕਾ ਹੈ 2021 ਦੇ ਅੰਦਰ, ਔਰ ਇਨਕਮ ਟੈਕਸ ਤੇ ਕਾਰਪੋਰੇਟ ਟੈਕਸ ਵਿੱਚ ਕੋਈ 9.5 ਲੱਖ ਕਰੋੜ ਰੁਪਏ ਦੀ ਕਲੈਕਸ਼ਨ ਆਲਰੇਡੀ ਹੋ ਚੁੱਕੀ ਹੈ, ਜਿਹੜੀ ਕਿ ਪਿਛਲੇ ਸਾਲਾਂ ਨਾਲੋਂ ਆਲਮੋਸਟ ਬਰਾਬਰ ਜਾਂ ਉਸ ਤੋਂ ਵਧੀਆ ਹੀ ਹੈ। ਇਹ ਫਿਗਰ ਤੁਸੀਂ ਦੁਬਾਰਾ ਦੱਸਿਓ, ਕਿਉਂਕਿ ਥੋੜੀ ਜੀ ਆਵਾਜ਼ ਦੀ ਖਰਾਬੀ ਹੋ ਗਈ, ਸਮਝ ਨਹੀਂ ਪਾਏ, ਦੇਖਣ ਵਾਲੇ ਸਮਝ ਨਹੀਂ ਪਾਣਗੇ। ਇਹ ਫਿਗਰ ਤੁਸੀਂ ਦੁਬਾਰਾ ਦੱਸਿਓ। ਮੈਂ ਪਰਮਿਲ ਜੀ ਇਹ ਕਹਿ ਰਿਹਾ ਸੀਗਾ ਕਿ ਜਦੋਂ ਮੈਂ 19-20 ਦਾ ਤੇ 20-21 ਦਾ ਡਾਟਾ ਦਾ ਅੰਕਲਨ ਕਰ ਰਿਹਾ ਸੀਗਾ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੀ ਕਲੈਕਸ਼ਨ ਦਾ, ਤਾਂ ਮੈਂ ਸੈਂਟਰ ਗਵਰਨਮੈਂਟ ਦਾ ਜਦੋਂ ਦੇਖਿਆ ਕਿ ਸੈਂਟਰ ਗਵਰਨਮੈਂਟ ਕੋਲ ਬੇਸਿਕ ਰੈਵਨਿਊ ਜਿਹੜਾ ਆਂਦਾ GST ਤੋਂ ਆਂਦਾ ਜਾਂ ਐਕਸਾਈਜ਼ ਡਿਊਟੀ ਤੋਂ ਆਂਦਾ ਹੈ, ਤੇ ਉਧਰੋਂ ਇਨਕਮ ਟੈਕਸ ਜਾਂ ਕਾਰਪੋਰੇਟ ਟੈਕਸ ਤੋਂ ਆਂਦਾ ਹੈ। ਤੇ ਕਿਉਂਕਿ ਗਵਰਨਮੈਂਟ ਨੇ GST ਦੀ ਕਲੈਕਸ਼ਨ ਨਹੀਂ ਹੋ ਰਹੀ ਸੀ ਜਾਂ ਮੈਨੂਫੈਕਚਰਿੰਗ ਐਕਟੀਵਿਟੀ ਘਟ ਗਈਆਂ ਸੀ ਜਾਂ ਇਕਨੋਮਿਕ ਐਕਟੀਵਿਟੀ ਘਟ ਗਈਆਂ ਸੀ, ਉਸ ਚੀਜ਼ ਤੋਂ ਡਰ ਕੇ ਜਾਂ ਉਸ ਚੀਜ਼ ਨੂੰ ਕਵਰ ਕਰਨ ਲਈ ਡੀਜ਼ਲ ਪੈਟਰੋਲ ਦੇ ਪ੍ਰਾਈਸਿਸ ਐਕਸਾਈਜ਼ ਡਿਊਟੀ ਵਧਾਤੀ ਤਾਂ ਕਿ ਕਲੈਕਸ਼ਨ ਨੂੰ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ। ਤੇ ਅਲਟੀਮੇਟਲੀ ਦੇਖਿਆ ਗਿਆ ਕਿ ਸੈਂਟਰ ਗਵਰਨਮੈਂਟ ਨੂੰ ਰੈਵਨਿਊ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ, ਕਿਉਂਕਿ ਫਿਰ ਤੇ ਫਾਇਦੇ ਚ ਹੋ ਗਈਆਂ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਜਿੰਨਾ ਕੁ ਨੁਕਸਾਨ ਹੋ ਰਿਹਾ ਸੀ ਗਵਰਨਮੈਂਟ ਨੇ ਉਨੀ ਰਿਕਵਰੀ ਡੀਜ਼ਲ ਪੈਟਰੋਲ ਦੀ ਐਕਸਾਈਜ਼ ਡਿਊਟੀ ਵਧਾ ਕੇ ਕਰ ਲਈ, ਤੇ ਉਹਦੇ ਨਾਲ ਉਹਨਾਂ ਦੀ ਕਲੈਕਸ਼ਨ ਆਲਮੋਸਟ ਉਸ ਬਰਾਬਰ ਪਹੁੰਚ ਗਈ ਜਿਸ ਲੈਵਲ ਤੇ ਆਲਰੇਡੀ ਹੁੰਦੇ ਸੀਗੇ। ਲੇਕਿਨ ਜੇ ਤੁਸੀਂ ਡੀਜ਼ਲ ਪੈਟਰੋਲ ਨੂੰ ਕੰਪੇਅਰ ਕਰੀਏ, ਸਿਰਫ ਡੀਜ਼ਲ ਤੇ ਪੈਟਰੋਲ ਦੀ ਰੈਵਨਿਊ ਨੂੰ ਕੰਪੇਅਰ ਕਰੀਏ, ਤਾਂ ਤੁਸੀਂ ਦੇਖੋਗੇ ਕਿ ਗਵਰਨਮੈਂਟ ਨੇ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਹੀ ਡੀਜ਼ਲ ਪੈਟਰੋਲ ਚ ਕਮਾਇਆ, ਘੱਟ ਨਹੀਂ ਕਮਾਇਆ। ਲੇਕਿਨ ਡੀਜ਼ਲ ਪੈਟਰੋਲ ਦੇ ਪ੍ਰਾਈਸ ਵਧਾ ਕੇ, ਸੈਂਟਰਲ ਐਕਸਾਈਜ਼ ਡਿਊਟੀ ਵਧਾ ਕੇ ਗਵਰਨਮੈਂਟ ਸੋਚ ਰਹੀ ਸੀ ਕਿ ਸ਼ਾਇਦ ਜਿਹੜਾ ਰੈਵਨਿਊ ਨੁਕਸਾਨ ਦੂਜੇ ਪਾਸੋਂ ਹੋਏਗਾ ਅਸੀਂ ਕਵਰ ਕਰ ਲਾਂਗੇ, ਜਿਹੜਾ ਕਿ ਉਹਨਾਂ ਨੇ ਕਰ ਲਿਆ। ਹੁਣ ਇਹਦੇ ਚ ਕੁਐਸਚਨ ਇਹ ਹੈ ਕਿ ਜੇ ਡੀਜ਼ਲ ਪੈਟਰੋਲ ਦੇ ਪ੍ਰਾਈਸ ਵਧਾ ਕੇ, ਐਕਸਾਈਜ਼ ਡਿਊਟੀ ਵਧਾ ਕੇ ਤੁਸੀਂ ਇੰਨਾ ਕਰ ਲਿਆ, ਤਾਂ ਉਹਦੇ ਨਾਲ ਤੁਹਾਡੀ ਬਾਕੀ ਇਕਨੋਮਿਕ ਐਕਟੀਵਿਟੀ ਦੇ ਉੱਤੇ ਦਾ ਕੀ ਅਸਰ ਪਏਗਾ? ਕਿਉਂਕਿ ਅੱਜ ਤੁਸੀਂ ਦੇਖੋ ਕਿ ਇੱਕ ਮਜ਼ਦੂਰ ਜਿਹੜਾ ਕਿ ਕੰਸਟਰਕਸ਼ਨ ਦੇ ਅੰਦਰ ਕੰਮ ਕਰ ਰਿਹਾ ਹੈ, ਜਾਂ ਜਿਹੜਾ ਮਜ਼ਦੂਰ ਆਪਣਾ ਰਿਕਸ਼ਾ ਚਲਾ ਰਿਹਾ ਜਾਂ ਰੇਹੜੀ ਚਲਾ ਰਿਹਾ ਹੈ, ਉਹ ਵੀ GST ਪੇ ਕਰਦਾ ਹੈ। ਤੇ ਇਸ ਕਰਕੇ ਹਰ ਬੰਦੇ ਦੀ ਇਕਨੋਮੀ ਹਾਲਤ ਦੇ ਉੱਤੇ ਹਿੱਟ ਕਰਦਾ ਜਦੋਂ ਤੁਸੀਂ ਡੀਜ਼ਲ ਪੈਟਰੋਲ ਦੇ ਪ੍ਰਾਈਸਿਸ ਵਧਾਉਂਦੇ ਹੋ। ਤੇ ਅੱਜ ਦੀ ਡੇਟ 'ਚ ਮੈਂ ਇਸ ਗੱਲ ਨੂੰ ਸਮਝਦਾ ਕਿ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਆਪਣੀ ਸੈਂਟਰਲ ਐਕਸਾਈਜ਼ ਦੀ ਰੇਟ ਨੂੰ ਥੋੜਾ ਘੱਟ ਕਰਨ, ਜਿਹੜਾ ਕਿ 32 ਰੁਪਏ 90 ਪੈਸੇ ਪਰ ਲੀਟਰ ਉਹ ਡੀਜ਼ਲ ਤੇ ਔਰ ਇੰਨਾ ਹੀ ਪੈਸਾ ਪੈਟਰੋਲ ਤੇ ਉਹ ਲੈ ਰਹੇ ਹਨ, ਇਸ ਨੂੰ ਰਿਡਿਊਸ ਕਰ ਸਕਦੇ ਹਨ। ਜਦੋਂ ਉਹ ਆਪਣਾ ਰਿਡਿਊਸ ਕਰ ਲੈਣਗੇ, ਕਿਉਂਕਿ ਉਹਨਾਂ ਕੋਲ ਮਾਰਜਨ ਜਾਂ ਬਫਰ ਇਤਨਾ ਕੁ ਹੈਗਾ ਕਿ ਉਹ ਕੰਪਨਸੇਟ ਕਰ ਸਕਦੇ ਹਨ, ਤੇ ਉਸੇ ਲਾਈਨ ਤੇ ਫਿਰ ਸਟੇਟਾਂ ਨੂੰ ਵੀ ਰਿਡਿਊਸ ਕਰਨਾ ਚਾਹੀਦਾ ਤਾਂ ਕਿ ਆਮ ਆਦਮੀ ਨੂੰ ਥੋੜਾ ਰਿਲੀਫ ਮਿਲੇ। ਮੈਂ ਤੁਹਾਨੂੰ ਇੱਥੇ ਇਹ ਵੀ ਐਡ ਕਰਨਾ ਚਾਹੂੰਗਾ ਕਿ ਟੋਟਲ ਜਿਹੜੀ ਡੀਜ਼ਲ ਪੈਟਰੋਲ ਦੀ ਕੰਜ਼ੰਪਸ਼ਨ ਹੈ, ਉਹਦੇ ਚ 60% ਕਲੈਕਸ਼ਨ ਜਿਹੜੀ ਕੰਜ਼ੰਪਸ਼ਨ ਹੈ ਉਹ 2 ਵੀਲਰ ਦੀ ਹੈ, ਤੇ ਜੇ 2 ਵੀਲਰ ਦੇ ਉੱਤੇ ਇੰਨੀ ਮਾਰ ਪੈ ਰਹੀ ਹੈ ਡੀਜ਼ਲ ਪੈਟਰੋਲ ਦੀ, ਤੇ ਉਹਦੇ ਨਾਲ ਤੁਸੀਂ ਸਮਝੋ ਕਿ ਆਮ ਆਦਮੀ ਜਾਂ ਮਿਡਲ ਆਦਮੀ, ਜਿਹੜਾ ਮਿਡਲ ਕਲਾਸ ਆਦਮੀ ਹੈ, ਉਹਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਜੇ ਪੈਟਰੋਲ ਡੀਜ਼ਲ ਦੀ ਸਭ ਤੋਂ ਵੱਧ ਖਪਤ 2 ਵੀਲਰ ਤੇ ਹੋ ਰਹੀ ਹੈ, ਇਹਦਾ ਮਤਲਬ ਸਭ ਤੋਂ ਵੱਧ ਪੈਟਰੋਲ ਡੀਜ਼ਲ ਮਹਿੰਗਾ ਹੋਣ ਦੇ ਨਾਲ ਲੋਅਰ ਮਿਡਲ ਕਲਾਸ ਪਿਸ ਰਿਹਾ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਤੇ ਗਵਰਨਮੈਂਟ ਇਸ ਨੂੰ ਸੋਚ। ਦੂਸਰੀ ਗੱਲ ਇਹ ਵੀ ਗੱਲ ਹੈਗੀ ਹੈ ਸ਼ਰਮਾ ਜੀ, ਮੈਂ ਇਹ ਵੀ ਗੱਲ ਤੁਹਾਡੇ ਤੋਂ ਸਮਝਣਾ ਚਾਹਨਾ, ਜਦੋਂ ਮਸਲਾ GST ਦਾ ਹੈਗਾ, GST ਰਿਫੰਡ ਦਾ ਹੈਗਾ, ਤਾਂ ਮਤਲਬ ਜੇ ਸਟੇਟ ਨੂੰ ਸੈਂਟਰ GST ਰਿਫੰਡ ਵੀ ਨਹੀਂ ਦੇ ਰਿਹਾ, ਤੇ ਫਿਰ ਸਟੇਟ ਗਵਰਨਮੈਂਟ ਕਿਤੇ ਥੋੜਾ ਬਹੁਤ ਜਾਇਜ਼ ਕਿਤੇ ਹੋ ਸਕਦੀ ਹੈ ਕਿ ਸਾਨੂੰ ਤੇ ਕੇਂਦਰ ਫੰਡ ਵੀ ਨਹੀਂ ਦੇ ਰਿਹਾ, ਅਸੀਂ ਥੋੜਾ ਬਹੁਤ ਆਪਣੀ ਸਟੇਟ ਦੀ ਇਕਨੋਮੀ ਜਿਹੜੀ ਹੈ ਉਹ ਪੈਟਰੋਲ ਡੀਜ਼ਲ ਦੇ ਉੱਤੇ ਵੈਟ ਵਧਾ ਕੇ ਲੈ ਸਕਦੇ ਹਾਂ। ਪਰ ਸਿੱਧੇ ਤੌਰ ਦੇ ਉੱਤੇ ਸੈਂਟਰ ਸਟੇਟ ਜ਼ਿੰਮੇਵਾਰ ਹੈ। ਜੇ ਸਟੇਟਾਂ ਨੂੰ GST ਰਿਫੰਡ ਵੀ ਨਹੀਂ ਦੇ ਰਹੀ ਔਰ ਪੈਟਰੋਲ ਡੀਜ਼ਲ ਦੇ ਉੱਤੇ ਸਟੇਟਸ ਦੇ ਮੁਕਾਬਲੇ ਲਗਭਗ ਡਬਲ ਸੈਂਟਰਲ ਟੈਕਸ ਵਸੂਲ ਕਰ ਰਹੀ ਹੈ, ਫਿਰ ਤੇ ਕਿਤੇ ਉਹਨਾਂ ਨੂੰ ਕੋਈ ਨੁਕਸਾਨ ਤੇ ਹੈ ਨਹੀਂ, ਦੋਨੋਂ ਹੱਥਾਂ 'ਚ ਲੱਡੂ ਆ, ਫਾਇਦੇ 'ਚ ਹੀ ਹੈ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਹਾਨੂੰ ਇਹ ਚੀਜ਼ ਵੀ ਸਮਝਣੀ ਚਾਹੀਦੀ ਹੈ ਕਿ ਜਦੋਂ GST ਆਇਆ ਸੀਗਾ ਤੇ ਜਦੋਂ ਸਟੇਟਾਂ ਦੇ ਨਾਲ ਨੈਗੋਸ਼ੀਏਸ਼ਨ ਹੋ ਰਹੀਆਂ ਸੀ, ਤਾਂ ਸਟੇਟ ਇਸ ਗੱਲ ਨੂੰ ਰਾਜ਼ੀ ਨਹੀਂ ਕਰਦੇ ਸੀ ਕਿ ਡੀਜ਼ਲ ਪੈਟਰੋਲ ਨੂੰ GST ਲਿਆਇਆ ਜਾਵੇ। ਇਸ ਕਰਕੇ ਉਹਨੂੰ ਫਿਲਹਾਲ ਸਟੇਟਾਂ ਦੇ ਪ੍ਰੈਸ਼ਰ ਦੀ ਵਜ੍ਹਾ ਨਾਲ ਹੀ GST ਤੋਂ ਬਾਹਰ ਰੱਖਿਆ ਗਿਆ ਹੈ। ਅਗਰ ਅੱਜ ਦੀ ਡੇਟ 'ਤੇ ਤੁਸੀਂ ਸੋਚੋ ਕਿ ਅਗਰ ਅੱਜ ਦੀ ਡੇਟ 'ਚ ਡੀਜ਼ਲ ਔਰ ਪੈਟਰੋਲ GST ਵਿੱਚ ਹੁੰਦੇ, ਤੇ ਅੱਜ ਜਿਹੜੀਆਂ ਸਟੇਟਾਂ ਆਪਣੀ ਮਰਜ਼ੀ ਦੇ ਨਾਲ GST ਦੇ ਉੱਤੇ ਰੇਟ, ਡੀਜ਼ਲ ਪੈਟਰੋਲ ਦੇ ਉੱਤੇ ਰੇਟ ਵਧਾ ਕੇ ਜਿਹੜੇ ਉਹ ਆਪਣੀ ਇਕਨੋਮੀ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ, ਆਪਣੇ ਫੰਡਸ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ, ਉਹ ਅੱਜ ਉਹ ਨਹੀਂ ਕਰ ਪਾ ਰਹੇ ਹੁੰਦੇ। ਅੱਜ ਉਹ ਇੰਡੀਪੈਂਡੈਂਟ ਹੈ ਕਿ ਉਹਨਾਂ ਨੂੰ GST ਕਾਉਂਸਲ ਕੋਲ ਜਾਣਾ ਨਹੀਂ ਪੈ ਰਿਹਾ, ਔਰ ਇਹੀ ਵਜ੍ਹਾ ਹੈ ਕਿ ਸਟੇਟ ਨਹੀਂ ਚਾਹ ਰਹੇ ਕਿ ਜਿਹੜਾ ਡੀਜ਼ਲ ਪੈਟਰੋਲ ਉਹ GST ਵਿੱਚ ਜਾਵੇ, ਜਾਂ ਕਿ ਸੈਂਟਰ ਗਵਰਨਮੈਂਟ ਦੀ ਕੋਸ਼ਿਸ਼ ਰਹੇਗੀ ਕਿ ਡੀਜ਼ਲ ਪੈਟਰੋਲ ਨੂੰ ਵੀ GST ਵਿੱਚ ਲੈ ਕੇ ਆਇਆ ਜਾਵੇ, ਤਾਂ ਕਿ ਜਿਹੜੀ ਇੰਡਸਟਰੀ ਨੂੰ ਉਹਦਾ ਬੈਨੀਫਿਟ ਨਹੀਂ ਮਿਲ ਰਿਹਾ ਕ੍ਰੈਡਿਟ ਦਾ, ਉਹ ਬੈਨੀਫਿਟ ਮਿਲ ਸਕੇ। ਲੇਕਿਨ ਦੂਜੇ ਪਾਸੇ ਸਟੇਟ ਗਵਰਨਮੈਂਟ ਦੀ ਆਪਣੀ ਪ੍ਰੋਬਲਮਸ ਹੈ ਬਿਕੋਜ਼ ਆਫ ਕਰੋਨਾ ਐਂਡ ਅਦਰ ਰੀਜ਼ਨਸ। ਅਗਰ ਉਹ ਅੱਜ GST ਨੂੰ GST ਕਾਉਂਸਲ ਦੇ ਵਿੱਚ ਲੈ ਆਉਂਦੇ ਜਾਂ ਡੀਜ਼ਲ ਪੈਟਰੋਲ ਨੂੰ GST 'ਚ ਲੈ ਕੇ ਆ ਜਾਂਦੇ ਆ, ਤੇ ਉਹਨਾਂ ਕੋਲ ਜਿਹੜੀ ਇੱਕ ਹਥਿਆਰ ਹੈ ਜਾਂ ਉਹਨਾਂ ਕੋਲ ਇੱਕ ਜਿਹੜੀ ਇੰਡੀਪੈਂਡੈਂਸ ਹੈ, ਇਕਨੋਮਿਕਲ ਇੰਡੀਪੈਂਡੈਂਸ ਹੈ, ਮੋਨਿਟਰੀ ਟਰਮਸ ਜਿਹੜੀ ਆਪਾਂ ਕਹੀਏ, ਉਹ ਵੀ ਉਹਨਾਂ ਦੇ ਹੱਥੋਂ ਨਿਕਲ ਜਾਏਗੀ, ਤੇ ਉਹਦੇ ਨਾਲ ਉਹਨਾਂ ਦੀ ਹਾਲਤ ਹੋਰ ਜ਼ਿਆਦਾ ਖਸਤਾ ਹੋ ਸਕਦੀ ਹੈ। ਜਾਂਦੇ ਅਨਿਲ ਸ਼ਰਮਾ ਜੀ, ਬਹੁਤੇ
ਬਹੁਤ ਥੋੜੇ ਸ਼ਬਦਾਂ ਦੇ ਵਿੱਚ ਕਨਕਲੂਡ ਕਰ ਦਿਓ। ਇੱਕ ਤਾਂ ਪਵਨ ਜੀ ਮੈਂ ਕਹਿਣਾ ਚਾਹੂੰਗਾ ਕਿ ਇਸ ਟਾਈਮ ਭਾਰਤ ਦੇ ਅੰਦਰ ਸਭ ਨਾਲੋਂ ਜ਼ਿਆਦਾ ਟੈਕਸਿਸ ਇੰਪੋਜ਼ ਕੀਤੇ ਗਏ ਹਨ ਡੀਜ਼ਲ ਔਰ ਪੈਟਰੋਲ ਦੇ ਉੱਤੇ। ਇੰਡੀਆ 'ਚ ਹਾਈਐਸਟ ਹੈ। ਯੂਕੇ ਔਰ ਆਸਟ੍ਰੇਲੀਆ ਵਰਗੀਆਂ ਕੰਟਰੀਜ਼ ਵੀ ਜਿਹੜੀਆਂ ਇੰਡੀਆ ਦੇ ਤੋਂ ਘੱਟੋ ਘੱਟ ਅੱਧਾ ਟੈਕਸ ਵਸੂਲ ਕਰ ਰਹੀਆਂ ਕਿ ਇੰਡੀਆ ਦੇ ਅੰਦਰ ਜਿੰਨਾ ਟੈਕਸ ਵਸੂਲ ਹੋ ਰਿਹਾ ਹੈ। ਇੱਕ ਚੀਜ਼ ਹੈ। ਦੂਜੀ ਗੱਲ ਮੈਂ ਕਹਿਣਾ ਚਾਹੂੰਗਾ ਕਿ ਪੈਟਰੋਲ ਡੀਜ਼ਲ 'ਚ ਕਿਉਂਕਿ ਉਹਨੂੰ ਐਥਨਲ ਨੂੰ ਮਿਕਸ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਕਿ ਐਥਨਲ ਮਿਕਸ ਕੀਤਾ ਜਾਂਦਾ ਕਿ 10% ਐਸੇ ਵੀ ਕਹਿੰਦੇ ਕਿ ਮਿਕਸ ਹੋ ਰਿਹਾ ਹੈ, ਤੇ ਐਥਨਲ ਦਾ ਜਿਹੜਾ ਪ੍ਰਾਈਸ ਹੈਗਾ ਉਹ 60 ਰੁਪਏ ਪਰ ਲੀਟਰ ਦੇ ਹਿਸਾਬ ਨਾਲ ਇੰਡੀਆ 'ਚ ਅਵੇਲੇਬਲ ਹੈ। ਤੇ ਜਦੋਂ ਉਹ ਚੀਜ਼ ਦੀ ਮਿਕਸਿੰਗ ਹੋ ਰਹੀ ਹੈ ਤਾਂ ਉਹਦਾ ਬੈਨੀਫਿਟ ਕਸਟਮਰ ਨੂੰ ਕਿਉਂ ਨਹੀਂ ਮਿਲ ਰਿਹਾ, ਉਹ ਵੀ ਇੱਕ ਚੀਜ਼ ਸੋਚਣ ਵਾਲੀ ਗੱਲ ਹੈ। ਤੇ ਜਦੋਂ ਅਸੀਂ 1 ਰੁਪਏ ਪਰ ਬੈਰਲ ਦਾ ਡਾਲਰ ਦਾ ਰੇਟ ਫਿਕਸ ਹੁੰਦਾ ਹੈ ਜਾਂ ਡਾਲਰ ਦਾ ਰੁਪਏ ਦਾ ਰੇਟ ਕਨਫਰਮ ਕਰਦੇ ਆਪਾਂ ਵੱਧਦਾ ਜਾਂ ਘਟਦਾ ਹੈ, ਤਾਂ ਉਹਦੇ ਨਾਲ 90 ਪੈਸੇ ਪਰ ਲੀਟਰ ਇੰਡੀਆ ਦੇ ਅੰਦਰ ਜਿਹੜਾ ਡੀਜ਼ਲ ਜਾਂ ਪੈਟਰੋਲ ਦਾ ਪ੍ਰਾਈਸ ਉੱਪਰ ਨੀਚੇ ਹੋ ਜਾਂਦਾ ਹੈ। ਔਰ ਇੰਡੀਅਨ ਗਵਰਨਮੈਂਟ ਦੇ ਉੱਤੇ ਠੀਕ ਹੈ ਲਾਇਬਿਲਿਟੀਜ਼ ਹੈ, ਕੁਝ ਲੋਨ ਵਾਪਸ ਕਰਨੇ ਜਾਂ ਜਿਹੜਾ ਵੀ ਕੋਵਿਡ ਦੀ ਵਜ੍ਹਾ ਨਾਲ ਰਿਵਰਸ ਹੋਇਆ ਇਕਨੋਮੀ ਦੇ ਅੰਦਰ, ਲੇਕਿਨ ਉਸ ਚੀਜ਼ ਨੂੰ ਬੈਲੈਂਸ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਕਿ ਅਗਰ ਗਵਰਨਮੈਂਟ ਆਪਣੀ ਐਕਸਾਈਜ਼ ਡਿਊਟੀ ਨੂੰ ਥੋੜਾ ਘਟਾ ਦੇਵੇ, ਘੱਟੋ ਘੱਟ ਮੇਰੇ ਹਿਸਾਬ ਦੇ ਨਾਲ 5 ਰੁਪਏ ਤੋਂ ਲੈ ਕੇ 7 ਰੁਪਏ ਤੱਕ ਦਾ ਮਾਰਜਨ ਸੈਂਟਰ ਗਵਰਨਮੈਂਟ ਕੋਲ ਹੈ ਕਿ 5 ਰੁਪਏ 7 ਰੁਪਏ ਪਰ ਲੀਟਰ ਦੇ ਹਿਸਾਬ ਨਾਲ ਸੈਂਟਰ ਗਵਰਨਮੈਂਟ ਨੂੰ ਐਕਸਾਈਜ਼ ਡਿਊਟੀ ਘਟਾਣੀ ਚਾਹੀਦੀ ਹੈ ਤਾਂ ਕਿ ਇੱਕ ਆਮ ਆਦਮੀ ਨੂੰ ਥੋੜੀ ਰਿਲੀਫ ਮਿਲ ਸਕੇ ਔਰ ਇਕਨੋਮੀ ਆਪਣੀ ਜਿਹੜੀ ਹੈ ਸਪੀਡ ਪਕੜ ਸਕੇ। ਸਪੀਡ ਪਕੜ ਸਕੇ। ਬਹੁਤ ਧੰਨਵਾਦ ਸ਼ਰਮਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਹ ਸੀਐਮਏ ਅਨਿਲ ਸ਼ਰਮਾ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਸਮਝਾਇਆ ਕਿ ਤੇਲ ਵਧਣ ਦੇ ਕਾਰਨ ਕੀ ਨੇ, ਕਿਸ ਤਰ੍ਹਾਂ ਦੇ ਨਾਲ ਸੈਂਟਰ ਗਵਰਨਮੈਂਟ ਇਸ ਤਰ੍ਹਾਂ ਦੇ ਨਾਲ ਟੈਕਸ ਪੈਟਰੋਲ ਡੀਜ਼ਲ ਤੇ ਲਾ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਸ਼ਾਇਦ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਨਹੀਂ ਲਾਇਆ ਜਾ ਰਿਹਾ। ਭਾਰਤ ਦੇ ਵਿੱਚ ਇਸ ਸਮੇਂ ਪੈਟਰੋਲ ਡੀਜ਼ਲ ਤੇ ਲੱਗਣ ਵਾਲੇ ਸੈਂਟਰਲ ਟੈਕਸ ਜਿਹੜੇ ਨੇ ਉਹ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਨਾਲੋਂ ਵੀ ਜ਼ਿਆਦਾ ਹੈਗੇ ਨੇ। ਗੁਆਂਢੀ ਮੁਲਕ ਪਾਕਿਸਤਾਨ ਜਾਂ ਨੇਪਾਲ ਵਰਗੇ ਦੇਸ਼ਾਂ ਦੇ ਵਿੱਚ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਭਾਰਤ ਦੇ ਮੁਕਾਬਲੇ ਕਾਫੀ ਘੱਟ ਹੈਗੀਆਂ ਨੇ ਔਰ ਸਟੇਟ ਗਵਰਨਮੈਂਟ ਦੀ ਆਪਣੀ ਮਜਬੂਰੀ ਹੈ ਕਿਉਂਕਿ ਸੈਂਟਰ ਗਵਰਨਮੈਂਟ ਬਹੁਤ ਜ਼ਿਆਦਾ ਟੈਕਸ ਲਾ ਰਹੀ ਹੈ। ਇਸ ਲਈ ਸਟੇਟ ਗਵਰਨਮੈਂਟ ਦੀ ਆਪਣੀ ਮਜਬੂਰੀ ਹੈ ਕਿ ਜੇਕਰ ਉਹਨਾਂ ਨੂੰ GST ਰਿਫੰਡ ਨਹੀਂ ਮਿਲ ਰਹੇ ਤਾਂ ਉਹ ਵੈਟ ਲਾ ਕੇ ਵੈਲਿਊ ਐਡਿਡ ਟੈਕਸ ਲਾ ਕੇ ਪੈਟਰੋਲ ਡੀਜ਼ਲ ਤੋਂ ਆਪਣੀ ਆਰਥਿਕਤਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ। ਪਰ ਇੰਨਾ ਜ਼ਰੂਰ ਹੈ ਕਿ ਸਟੇਟ ਗਵਰਨਮੈਂਟ ਵੀ ਚਾਹੇ ਤੇ ਲੋਕਾਂ ਨੂੰ ਪੈਟਰੋਲ ਡੀਜ਼ਲ ਦੇ ਵਿੱਚੋਂ ਆਪਣਾ ਵੈਟ ਘੱਟ ਕਰਕੇ ਕੁਝ ਰਾਹਤ ਜ਼ਰੂਰ ਦੇ ਸਕਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਬਹੁਤ ਬਹੁਤ ਧੰਨਵਾਦ।